जन बिघ्नन के नाशक, बिघ्नन के नाशक। श्री हरि गोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। श्री हर कृष्ण मनाए बहोरी। तेग बहादुर परम कृपाला जी, परम कृपाला। श्री गुरु गोबिंद सिंह विसाला। तरो तरा पर पुन पुन सीसा, पुन पुन सीसा। बंदों बार बार जगदीशा। जिसमें अमृत ज्ञान है माणिक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकार सतगुरु तेह प्रसाद सच होए। वाहे गुरु जी की फतेह विघ्न विनाशन सोए। एक अंकारा सतगुरु तेह प्रसाद सच होए। वाहे गुरु जी की फतेह विघ्न विनाशन सोए। सतनाम श्री वाहिगुरु जी। दोहरा अन्न पयो थोरा जबै, शुद्धत रहत नर बृंद। चित वह जतन अनेक ही, मिल है सिंह बलवंद। अन्न पयो थोरा जबै, शुद्धत रहत नर बृंद। परम ਸਤਿਕਾਰਯੋਗ ਗੁਰੂ ਜੀ ਦਾ ਖਾਸ ਰੂਪ, ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਵਡਭਾਗੇ ਹੋ ਜੋ ਸਾਹਿਬੇ ਕਮਾਲ, ਮੀਰਾਨ ਮੀਰ, ਪੀਰਾਨ ਪੀਰ, ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਜੀ ਦੇ ਸਰੂਪ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਬਾਰਕ ਦਰਸ਼ਨ ਦੀਦਾਰ ਕਰਕੇ ਆਪਣੇ ਜੀਵਨ ਨੂੰ ਸਵਾਸਾਂ ਰੂਪੀ ਪੂੰਜੀ ਸਮੇਤ ਸਫਲ ਬਣਾਉਣਾ ਕਰ ਰਹੇ ਹੋ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਸੰਗਤ ਜੀ, ਇਸ ਸਥਾਨ ਦੀ ਨਿਤ ਦੀ ਮਰਿਆਦਾ ਹੈ। ਚੱਲ ਰਹੀ ਮਰਿਆਦਾ ਮੁਤਾਬਕ ਆਪ ਸਮੂਹ ਸੰਗਤਾਂ ਨੇ ਗੁਰੂ ਘਰ ਦੇ ਵਜ਼ੀਰਾਂ ਪਾਸੋਂ ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ RAM, ਜਿਨ ਕੋ ਕਰਮ ਲਿਖੀ ਤਿਨ ਹਿਰਦੈ ਸਮਾਣੀ। RAM ਜੀ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜੀ ਦੇ ਮਹਾਵਾਕ ਅਨੁਸਾਰ ਮਹਾਰਾਜ ਜੀਆਂ ਦੇ ਮੁਬਾਰਕ ਬਚਨਾਂ ਨੂੰ ਸੁਣਨਾ ਕੀਤਾ ਹੈ। ਜਿਸ ਤਰ੍ਹਾਂ ਇਸ ਸਥਾਨ ਦੀ ਮਰਿਆਦਾ ਹੈ ਸੰਗਤ ਜੀ, ਹੁਣ ਸਮਾਂ ਮਰਿਆਦਾ ਮੁਤਾਬਕ ਸਭ ਤੋਂ ਉੱਤਮ ਹਰ ਕੀ ਕਥਾ
ਨਾਮ ਸੁਨਤ ਦਰਦ ਦੁਖ ਲਥਾ, ਸੁਣ ਹਰ ਕਥਾ ਉਤਾਰੀ ਮੈਲ। ਮਹਾ ਪੁਨੀਤ ਭਏ ਸੁਖ ਸੈਲ, ਜੀ ਦੇ ਮਹਾਵਾਕ ਅਨੁਸਾਰ। ਸਮਾਂ ਮਹਾਰਾਜ ਦਸਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਇਹਨਾਂ ਸਥਾਨਾਂ ਦੇ ਉੱਤੇ ਜੀਵਨ ਕੌਤਕਾਂ ਦੇ ਲੜੀਵਾਰ ਪ੍ਰਸੰਗ ਚੱਲ ਰਹੇ ਹਨ। ਚੱਲ ਰਹੇ ਪ੍ਰਸੰਗਾਂ ਦੀ ਪਿਛਲੀ ਲੜੀ ਦੇ ਵਿੱਚ ਗੁਰਸੰਗਤ ਜੀ ਅਸੀਂ ਮਹਾਰਾਜ ਜੀਆਂ ਦੇ ਪਾਸੋਂ ਜਾਣਨਾ ਕੀਤਾ ਸੀ ਕਿ ਕਿਸ ਤਰ੍ਹਾਂ ਮਹਾਰਾਜ ਜੀਆਂ ਦੇ ਦਰ ਘਰ ਦੇ ਸੇਵਕ ਭਾਈ ਕਨ੍ਹਈਆ ਜੀ ਗੁਰਸੰਗਤ ਜੀ ਆਪ ਜੰਗ ਵਾਲੇ ਅਸਥਾਨ ਦੇ ਉੱਤੇ ਜਦੋਂ ਆਪ ਭਾਈ ਸ਼ੇਰ ਸਿੰਘ ਜੀ, ਭਾਈ ਨਾਹਰ ਸਿੰਘ ਜੀ ਸਮੇਤ ਲੋਹਗੜ੍ਹ ਦੇ ਸਿੰਘਾਂ ਦੇ ਨਾਲ ਸੰਗਤ ਜੀ ਜਾ ਕਰਕੇ ਜਿਹੜਾ ਇਹਨਾਂ ਤੁਰਕਾਂ ਦਾ ਜੋ ਘੇਰਾ ਆਪ ਲੋਹਗੜ੍ਹ ਸਾਹਿਬ ਦੇ ਕਿਲੇ ਦੇ ਬਿਲਕੁਲ ਨੇੜੇ ਇਹਨਾਂ ਨੇ ਆਪਣਾ ਟਿਕਾਣਾ ਪਾਇਆ ਹੋਇਆ ਤੇ ਆਪ ਮਹਾਰਾਜ ਜੀਆਂ ਦੇ ਦੋਹਾਂ ਸਿੰਘਾਂ ਨੇ ਪਹਿਲਾਂ ਤੇ ਆਪ ਸੰਗਤ ਜੀ ਮਤਾ ਕਰਨਾ ਕੀਤਾ ਕਿ ਇਹਨਾਂ ਨੂੰ ਆਪ ਡਟਵਾਂ ਜਵਾਬ ਦਿੱਤਾ ਜਾਵੇ, ਕਿਉਂਕਿ ਬਾਕੀ ਕਿਲਿਆਂ ਦੇ ਵਿੱਚੋਂ ਇਹਨਾਂ ਸਾਰਿਆਂ ਦਾ ਜੋ ਡੇਰਾ ਸੀ ਉਹ ਬਹੁਤ ਹੀ ਦੂਰ ਸੀ, ਪਰ ਲੋਹਗੜ੍ਹ ਸਾਹਿਬ ਦੇ ਕਿਲੇ ਤੋਂ ਤੁਰਕੜਿਆਂ ਦਾ ਜੋ ਘੇਰਾ ਸੀ ਉਹ ਬਹੁਤ ਨੇੜੇ ਸੀ। ਸੋ ਇਹਨਾਂ ਕਾਰਨਾਂ ਕਰਕੇ ਗੁਰਸੰਗਤ ਜੀ ਆਪ ਮਹਾਰਾਜ ਜੀਆਂ ਦੇ ਦੋਨੋਂ ਸਿੱਖਾਂ ਨੇ ਇਹ ਜੋ ਮਤਾ ਕਰਨਾ ਕੀਤਾ ਕਿ ਕਿਸੇ ਵੀ ਤਰ੍ਹਾਂ ਆਪ ਗੁਰਸੰਗਤ ਜੀ ਇਹਨਾਂ ਨੂੰ ਇਸ ਲੋਹਗੜ੍ਹ ਸਾਹਿਬ ਦੇ ਕਿਲੇ ਤੋਂ ਦੂਰ ਰੱਖਿਆ ਜਾਵੇ। ਤਾਂ ਜਦੋਂ ਇਹ ਜੋ ਕਾਰਜ ਇਹਨਾਂ ਨੇ ਕਰਨਾ ਕੀਤਾ ਹੈ ਤਾਂ ਲੋਹਗੜ੍ਹ ਸਾਹਿਬ ਦੇ ਕਿਲੇ ਨੂੰ ਆਪ ਇਹਨਾਂ ਸਿੰਘਾਂ ਨੇ ਉਸੇ ਹੀ ਸਮੇਂ ਗੁਰਸੰਗਤ ਜੀ ਆਪ ਇਹ ਜੋ ਲੋਹਗੜ੍ਹ ਸਾਹਿਬ ਦੇ ਜੋ ਕਿਲੇ ਹਨ ਇਹਨਾਂ ਨੇ ਆਪ ਪਹਿਲਾਂ ਪੁੱਛਣਾ ਕੀਤਾ ਮਹਾਰਾਜ ਜੀਆਂ ਨੂੰ ਕਿ ਮਹਾਰਾਜ ਆਪ ਮਹਾਰਾਜ ਜੀਆਂ ਦਾ ਜੋ ਹੁਕਮ ਹੈ ਕਿ ਵੀ ਇਸ ਵੇਲੇ ਦੁਰਗ ਦੇ ਵਿੱਚ ਕਿਲੇ ਦੇ ਵਿੱਚ ਟਿਕ ਕਰਕੇ ਰਹਿਣਾ ਹੈ, ਪਰ ਸੰਗਤ ਜੀ ਭਾਈ ਸ਼ੇਰ ਸਿੰਘ ਜੀ ਨੇ ਕਹਿਣਾ ਕੀਤਾ ਸੀ ਕਿ ਅਸੀਂ ਨੀਤੀ ਦੇ ਮੁਤਾਬਕ ਮਹਾਰਾਜ ਜੀਆਂ ਨੂੰ ਦੱਸਣਾ ਕਰਾਂਗੇ, ਸਿਆਣਪ ਵਾਲੀ ਗੱਲ ਕੀਤੀ। ਫਿਰ ਆਪ ਸੰਗਤ ਜੀ ਮਹਾਰਾਜ ਜੀਆਂ ਦੇ ਸਿੰਘਾਂ ਨੇ ਉਹਨਾਂ ਤੁਰਕੜਿਆਂ ਦੇ ਉੱਪਰ ਹਮਲਾ ਕਰਨਾ ਕੀਤਾ ਸੀ ਤੇ ਹਮਲਾ ਕਰਨ ਤੋਂ ਉਪਰੰਤ ਜਦੋਂ ਮਹਾਰਾਜ ਜੀਆਂ ਨੂੰ ਪਤਾ ਲੱਗਿਆ ਆਪ ਮਹਾਰਾਜ ਜੀਆਂ ਨੇ ਸਿੰਘ ਭੇਜਣਾ ਕੀਤਾ ਤੇ ਉਹਨਾਂ ਨੂੰ ਸੰਪੂਰਨ ਸਾਰੀ ਗੱਲ ਦਾ ਪਤਾ ਲੱਗਣਾ ਹੋਇਆ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਜੀਆਂ ਦੇ ਦੋਵਾਂ ਸਿੰਘਾਂ ਨੇ ਆਪਸ ਦੇ ਵਿੱਚ ਜਾ ਕਰਕੇ ਫਿਰ ਮਹਾਰਾਜ ਜੀਆਂ ਨੂੰ ਸੰਪੂਰਨ ਗੱਲ ਦੱਸਣਾ ਕੀਤੀ। ਮਹਾਰਾਜ ਜੀਆਂ ਨੇ ਖੁਸ਼ੀ ਜਤਾਈ ਕਿਉਂਕਿ ਇਹਨਾਂ ਤੁਰਕੜਿਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਆਪ ਸੰਗਤ ਜੀ ਕਿਸੇ ਵੀ ਤਰ੍ਹਾਂ ਸਮਝਣਾ ਨਹੀਂ ਸੀ। ਸੋ ਇਸ ਵਿਧੀ ਦੇ ਨਾਲ ਆਪ ਇਹਨਾਂ ਤੁਰਕੜਿਆਂ ਨੂੰ ਮਹਾਰਾਜ ਜੀਆਂ ਦੇ ਸਿੰਘਾਂ ਨੇ ਜੋ ਇਹਨਾਂ ਨੂੰ ਯੁੱਧ ਦੇ ਵਿੱਚ ਇਹਨਾਂ ਨੂੰ ਆਪਣੇ ਜੰਗ ਦੇ ਜ਼ੋਰ ਦਿਖਾਉਣਾ ਕੀਤੇ। ਸੋ ਆਪ ਸੰਗਤ ਜੀ ਇਸ ਯੁੱਧ ਤੋਂ ਬਾਅਦ ਮਹਾਰਾਜ ਜੀਆਂ ਦੀ ਜੋ ਦਰ ਘਰ ਦੇ ਪ੍ਰੀਤਵਾਨ ਸਿੱਖ ਭਾਈ ਕਨ੍ਹਈਆ ਜੀ ਸਨ ਉਹ ਆਪ ਮਸ਼ਕ ਲੈ ਕਰਕੇ ਆਪਣੇ ਕੀ ਤੁਰਕੜਿਆਂ ਨੂੰ ਤੇ ਕੀ ਸਿੱਖਾਂ ਨੂੰ ਆਪ ਜਲ ਆਪਣੇ ਮਸ਼ਕ ਦੇ ਵਿੱਚੋਂ ਛਕਾਉਣਾ ਕਰਦੇ ਸਨ। ਤਾਂ ਆਪ ਸੰਗਤ ਜੀ ਮਹਾਰਾਜ ਜੀਆਂ ਦੇ ਸਿੰਘਾਂ ਨੇ ਦੇਖਣਾ ਕੀਤਾ, ਦੇਖਦੇ ਨੇ ਤੇ ਨਾਲ ਦੀ ਨਾਲ ਭਾਈ ਕਨ੍ਹਈਆ ਜੀ ਨੂੰ ਰੋਕਣਾ ਵੀ ਕਰਦੇ ਨੇ ਕਿ ਕਿਸੇ ਵੀ ਤਰ੍ਹਾਂ, ਪਰ ਭਾਈ ਕਨ੍ਹਈਆ ਜੀ ਰੋਕਦੇ ਨਹੀਂ ਕਿਉਂਕਿ ਸੰਗਤ ਜੀ ਇੱਕ ਸਾਧੂਆਂ ਦਾ ਜੋ ਸਾਧੂ ਬਿਰਤੀ ਹੁੰਦੀ ਭਗਤਾਂ ਦਾ ਇੱਕ ਸੁਭਾਅ ਹੋਇਆ ਕਰਦਾ ਹੈ ਕਿ ਜੋ ਉਹ ਕਰਦੇ ਹਨ ਚੰਗੇ ਕਰਮ ਤੋਂ ਆਪ ਉਹ ਪਿੱਛੇ ਨਹੀਂ ਹਟਦੇ, ਸਗੋਂ ਹੋਰਨਾਂ ਨੂੰ ਵੀ ਚੰਗੇ ਕਰਮਾਂ ਦੇ ਵਿੱਚ ਲਗਾਉਣਾ ਕਰਦੇ ਹਨ। ਸੋ ਇਸੇ ਤਰੀਕੇ ਦੇ ਨਾਲ ਭਾਈ ਕਨ੍ਹਈਆ ਜੀ ਨੂੰ ਉਸੇ ਸਮੇਂ ਸੰਗਤ ਜੀ ਕੁਝ ਸਮਾਂ ਤੇ ਆਪ ਇਸ ਤਰ੍ਹਾਂ ਕਰਦੇ ਰਹੇ। ਫਿਰ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੇ ਮਹਾਰਾਜ ਜੀਆਂ ਦੇ ਤਾਈਂ ਇਹ ਵਚਨ ਕਹਿਣਾ ਕੀਤੇ, ਸ਼ਿਕਾਇਤ ਕਰਨਾ ਕੀਤੀ ਕਿ ਯੁੱਧ ਦੇ ਵਿੱਚ ਭਾਈ ਕਨ੍ਹਈਆ ਜੀ ਹਨ ਉਹ ਆਪ ਆ ਕਰਕੇ ਇਹਨਾਂ ਤੁਰਕੜਿਆਂ ਨੂੰ ਜਲ ਪਿਲਾਉਣਾ ਕਰਦੇ ਹਨ। ਸੋ ਆਪ ਇਸੇ ਤਰ੍ਹਾਂ ਸੰਗਤ ਜੀ ਫਿਰ ਮਹਾਰਾਜ ਜੀਆਂ ਦੇ ਕਹਿਣ ਉੱਤੇ ਭਾਈ ਕਨ੍ਹਈਆ ਜੀ ਨੂੰ ਆਪ ਬੁਲਾਇਆ ਗਿਆ ਇਹਨਾਂ ਸਥਾਨਾਂ ਦੇ ਉੱਤੇ ਜਿੱਥੇ ਮਹਾਰਾਜ ਜੀ ਦਾ ਦਰਬਾਰ ਸੀ। ਤਾਂ ਆਪ ਸੰਗਤ ਜੀ
ਮਹਾਰਾਜ ਜੀਆਂ ਦੇ ਪੁੱਛਣ ਉੱਤੇ ਭਾਈ ਕਨ੍ਹਈਆ ਜੀ ਨੇ ਕਹਿਣਾ ਕੀਤਾ ਸੀ, ਮਹਾਰਾਜ ਜਦੋਂ ਅਸੀਂ ਜੰਗ ਵਾਲੇ ਅਸਥਾਨਾਂ ਦੇ ਉੱਤੇ ਤੁਰਕੜਿਆਂ ਨੂੰ ਤੇ ਹੋਰ ਆਪ ਜੀ ਦੇ ਸਿੰਘਾਂ ਨੂੰ ਜਲ ਛਕਾਉਣਾ ਕਰਦੇ ਆ ਤਾਂ ਅਸੀਂ ਸਾਰਿਆਂ ਦੇ ਵਿੱਚ ਤੁਹਾਡਾ ਹੀ ਰੂਪ ਦੇਖਦੇ ਆ। ਆਪ ਸੰਗਤ ਜੀ ਭਾਈ ਕਨ੍ਹਈਆ ਜੀ ਦੀ ਬਿਰਤੀ ਐਸੀ ਸੀ ਕਿ ਆਪ ਉਹ ਕਿਸੇ ਦੇ ਵਿੱਚ ਕਿਸੇ ਨੂੰ ਸ਼ਤਰੂ ਵੀ ਨਹੀਂ ਸੀ ਆਪਣਾ ਜਾਣਦੇ ਤੇ ਨਾਲ ਦੀ ਨਾਲ ਕਿਸੇ ਨੂੰ ਮਿੱਤਰ ਵੀ ਨਹੀਂ ਸੀ ਜਾਣਦੇ, ਸਾਰਿਆਂ ਨੂੰ ਬਰਾਬਰ ਸਮਝਦੇ ਸਨ। ਸੋ ਇਸ ਵਿਧੀ ਦੇ ਨਾਲ ਸੰਗਤ ਜੀ ਪੰਚਮ ਪਾਤਸ਼ਾਹ ਵੀ ਆਪਣੇ ਮੁਬਾਰਕ ਹੁਕਮਨਾਮੇ ਦੇ ਆਪ ਕਾਨੜਾ ਰਾਗ ਜੀ ਦੇ ਵਿੱਚ ਫਰਮਾਨ ਕਰਦੇ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ, ਰਹਾਉ ਜੋ ਗੁਰ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਆਪ ਮਹਾਰਾਜ ਕਹਿਣਾ ਕਰਦੇ ਹਨ, ਸਭ ਮਹਿ ਰਵ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਸੋ ਸੰਗਤ ਜੀ ਜਦੋਂ ਐਸੀ ਬਿਰਤੀ ਬਣ ਜਾਂਦੀ ਹੈ ਨਾ ਤੇ ਆਪ ਮਹਾਰਾਜ ਜੀਆਂ ਨੇ ਆਪ ਭਾਈ ਕਨ੍ਹਈਆ ਜੀ ਨੂੰ ਖੁਸ਼ ਹੋ ਕਰਕੇ ਕਹਿਣਾ ਕੀਤਾ ਸੀ, ਇਹ ਮਲਮ ਪੱਟੀ ਵੀ ਲਗਾ ਦਿਆ ਕਰੋ, ਜਿੱਥੇ ਆਪ ਇਹਨਾਂ ਨੂੰ ਤੁਸੀਂ ਜਲ ਛਕਾਉਣਾ ਕਰਦੇ ਹੋ ਉਸੇ ਤਰ੍ਹਾਂ ਆਪ ਮਲਮ ਪੱਟੀ ਵੀ ਲਗਾਉਣਾ ਕਰੋ। ਫਿਰ ਭਾਈ ਕਨ੍ਹਈਆ ਜੀ ਦੇ ਉੱਪਰ ਖੁਸ਼ ਹੋ ਕਰਕੇ ਕਲਗੀਧਰ ਪਾਤਸ਼ਾਹ ਜੀਆਂ ਨੇ ਵਰ ਦੇਣਾ ਕੀਤੇ ਸਨ ਕਿ ਆਪ ਇਹ ਆਪਣਾ ਪੰਥ ਵੀ ਪ੍ਰਕਾਸ਼ਣਗੇ ਤੇ ਜੋ ਸੇਵਾ ਪੰਥੀ ਹੁੰਦੇ ਨੇ ਸੰਗਤ ਜੀ ਉਹ ਆਪ ਭਾਈ ਕਨ੍ਹਈਆ ਜੀ ਇਹਨਾਂ ਦੇ ਆਪ ਭਾਈ ਕਨ੍ਹਈਆ ਜੀ ਤੋਂ ਹੀ ਇਹ ਚੱਲੇ ਹੋਏ ਹਨ। ਸੋ ਇਸ ਤਰੀਕੇ ਦੇ ਨਾਲ ਸੰਗਤ ਜੀ ਉਸ ਤੋਂ ਬਾਅਦ ਮਹਾਰਾਜ ਜੀਆਂ ਦੇ ਸਿੰਘਾਂ ਨੇ ਕਦੀ ਵੀ ਭਾਈ ਕਨ੍ਹਈਆ ਜੀ ਨੂੰ ਰੋਕਣਾ ਨਹੀਂ ਕੀਤਾ। ਸੋ ਇਸ ਵਿਧੀ ਦੇ ਨਾਲ ਆਪਾਂ ਸੰਗਤ ਜੀ ਕੱਲ ਦੇ ਸਮੇਂ ਤੱਕ ਇਹ ਸੰਪੂਰਨ ਪ੍ਰਸੰਗ ਸਰਵਣ ਕਰਨਾ ਕੀਤੇ ਸਨ। ਕਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਅੱਜ ਦੇ ਸਮੇਂ ਦੇ ਵਿੱਚ ਦੱਸਣਾ ਕਰ ਰਹੇ ਹਨ ਇਤਿਹਾਸ। ਆਓ ਮਹਾਰਾਜ ਜੀਆਂ ਦੀ ਅਸੀਸ ਰੂਪ ਫਤਿਹ ਗਜਾ ਕਰਕੇ ਮਹਾਰਾਜ ਜੀਆਂ ਦੇ ਮੁਬਾਰਕ ਇਤਿਹਾਸ ਦੇ ਨਾਲ ਸਾਂਝ ਪਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੰਨ ਭਇਓ ਥੋਰਾ ਜਬੈ, ਸ਼ੁੱਧਤ ਰਹਿਤ ਨਰ ਬ੍ਰਿੰਦ। ਹੁਣ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਘੇਰਾ ਪਿਆ ਹੋਇਆ ਹੈ ਤੇ ਹੁਣ ਘੇਰੇ ਤੋਂ ਬਾਅਦ ਇਹਨਾਂ ਨੇ ਅੰਨ ਭਾਵ ਅਨਾਜ ਦੀ ਜੋ ਰਸਦ ਲੰਗਰ ਇਤਿਆਦਿਕ ਇਹ ਜੋ ਸਾਰਾ ਸਾਜੋ ਸਮਾਨ ਹੈ ਇਹ ਵੀ ਇਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਜਾਣਾ ਬੰਦ ਕਰ ਦਿੱਤਾ ਜਿੱਥੇ ਮਹਾਰਾਜ ਜੀ ਬਿਰਾਜਮਾਨ ਨੇ। ਸੋ ਇਸ ਤਰੀਕੇ ਦੇ ਨਾਲ ਜਦੋਂ ਆਪ ਲੰਗਰ ਜਿਤਨਾ ਕੁ ਹੈ ਹੁਣ ਉਹ ਉਸ ਦੇ ਵਿੱਚ ਵੀ ਘਾਟ ਆਉਣੀ ਸ਼ੁਰੂ ਹੋ ਰਹੀ ਹੈ। ਸੋ ਇਸ ਵਿਧੀ ਦੇ ਨਾਲ ਹੁਣ ਮਹਾਰਾਜ ਜੀਆਂ ਦੇ ਸਿੰਘ ਕਹਿਣਾ ਕਰ ਰਹੇ ਹਨ ਭਾਈ ਸੰਤੋਖ ਸਿੰਘ ਜੀ ਕਿ ਹੁਣ ਇਸ ਸਮੇਂ ਜਦੋਂ ਅਨਾਜ ਥੋੜਾ ਘੱਟ ਰਹਿ ਗਿਆ ਹੈ ਤੇ ਨਾਲ ਦੇ ਨਾਲ ਹੁਣ ਜੋ ਸ਼ੁੱਧਤ ਭਾਵ ਭੁੱਖ ਹੈ ਉਹ ਵੀ ਹੁਣ ਮਹਾਰਾਜ ਜੀਆਂ ਦੇ ਸਿੰਘਾਂ ਨੂੰ ਸਤਾਉਣ ਲੱਗੀ ਹੈ। ਚਿਤ ਮਹਿ ਜਤਨ ਅਨੇਕ ਹੀ ਮਿਲ ਹੈ ਸਿੰਘ ਬਲਵੰਦ। ਉਧਰ ਮਹਾਰਾਜ ਜੀਆਂ ਦੇ ਜੋ ਸਿੰਘ ਨੇ ਹਰ ਪ੍ਰਕਾਰ ਦੇ ਯਤਨ ਕਰਦੇ ਹਨ, ਜ਼ੋਰ ਲਾਉਂਦੇ ਹਨ। ਚੌਪਈ ਕੇਤਕ ਸਿੰਘ ਬੇਸਾਲ ਜੁਝਾਰੇ। ਹੁਣ ਜਿਹੜੇ ਸੰਗਤ ਜੀ ਜੁਝਾਰੂ ਸਿੰਘ ਨੇ ਜਿਹੜੇ ਜੰਗ ਦੇ ਵਿੱਚ ਜੂਝਣ ਵਾਲੇ ਸਿੰਘ ਨੇ ਐਸੇ ਕਿੰਨੇ ਹੀ ਸਿੰਘ ਆਪ ਵੱਡੀ ਮਾਤਰਾ ਦੇ ਵਿੱਚ ਮਿਲ ਕਰਕੇ ਮਿਲ ਆਪਸ ਮਹਿ ਮਸਲਤ ਤਾਰੇ। ਹੁਣ ਆਪਸ ਦੇ ਵਿੱਚ ਮਸਲਤ ਆਪ ਮਿਲ ਕਰਕੇ ਸਲਾਹ ਕਰਨਾ ਕਰਦੇ ਹਨ। ਜਹਾਂ ਬੇਲੋ ਕੈ ਅਨ ਮਹਾਨਾ। ਹੁਣ ਦੇਖਣਾ ਕਰਦੇ ਹਨ ਕਿ ਕਿਹੜੇ ਅਸਥਾਨਾਂ ਦੇ ਉੱਤੇ ਆਪ ਬਹੁਤ ਭਾਰੀ ਮਾਤਰਾ ਦੇ ਵਿੱਚ ਅਨਾਜ ਹੈ। ਵਿਪਨੀ ਆਦ ਵਿਖੈ ਸਬਦਨ। ਜਿਹੜੀਆਂ ਦੁਕਾਨਾਂ ਦੇ ਵਿੱਚ ਸੰਗਤ ਜੀ ਅੰਨ ਬਹੁਤ ਭਾਰੀ ਮਾਤਰਾ ਦੇ ਵਿੱਚ ਹੈ ਉੱਥੇ ਮਹਾਰਾਜ ਜੀਆਂ ਦੇ ਸਿੰਘ ਅਜੇ ਦੇਖ ਰਹੇ ਉਹਨਾਂ ਦੁਕਾਨਾਂ ਵੱਲ। ਆਸ਼ੀ ਰੀਤ ਜੋ ਹੈ ਸਭ ਲੀਨਾ। ਸੋ ਇਹ ਹੁਣ ਚੰਗੀ ਇੱਛਾ ਚੰਗੀ ਤਰੀਕੇ ਦੇ ਨਾਲ ਹੁਣ ਆਪ ਚਾਹੁੰਦੇ ਹਨ
ਕਿ ਕਿਸੇ ਤਰੀਕੇ ਨਾਲ ਇਹ ਜੋ ਅੰਨ ਹੈ, ਅਨਾਜ ਹੈ, ਇਹ ਲਿਆ ਜਾਵੇ। ਆਮਨ ਜਾਨ ਘਾਤ ਸਭ ਚੀਨਾ। ਸੋ ਆਉਣਾ ਜਾਣਾ ਕਿਸ ਤਰੀਕੇ ਦੇ ਨਾਲ ਇਸ ਅੰਨ ਨੂੰ ਲੈ ਕਰਕੇ ਜਾਣਾ, ਇਹ ਸਾਰੀ ਵਿਧੀ ਜੋ ਕਿਸ ਤਰੀਕੇ ਨਾਲ ਹਮਲਾ ਕਰਨਾ ਇਹਨਾਂ ਦੇ ਉੱਪਰ, ਉਹ ਆਪ ਇਹਨਾਂ ਨੇ ਹੁਣ ਦੇਖਣਾ ਕਰ ਲਿਆ ਹੈ। ਤੁਰਕ ਸ਼ਤਰਗਨ ਹੋਏ ਜੁਤ ਆਲਸ। ਜਦੋਂ ਤੁਰਕ ਭਾਵ ਇਹਨਾਂ ਤੁਰਕ ਫੌਜਾਂ ਦੇ ਜਿਹੜੇ ਜੋ ਸੂਰਮੇ ਹਨ, ਉਹ ਆਪ ਆਲਸ ਭਾਵ ਨਿੰਦਰਾ ਦੀ ਅਵਸਥਾ ਦੇ ਵਿੱਚ ਹੋਣਗੇ, ਉਸ ਸਮੇਂ ਮਹਾਰਾਜ ਜੀਆਂ ਦੇ ਸਿੰਘ ਕਹਿ ਰਹੇ ਅਸੀਂ ਹਮਲਾ ਕਰਾਂਗੇ। ਤਬ ਪਹੁੰਚਨ ਕੀ ਠਾਨ ਲਾਲਸ। ਸੋ ਉਸੇ ਹੀ ਸਮੇਂ ਇਹਨਾਂ ਨੇ ਕਹਿਣਾ ਕੀਤਾ, ਆਪਣੇ ਅੰਦਰ ਇੱਛਾ ਰੱਖੀ, ਉਸੇ ਹੀ ਸਮੇਂ ਆਪਾਂ ਇਹਨਾਂ ਦੇ ਉੱਪਰ ਹਮਲਾ ਕਰਾਂਗੇ। ਹੋਏ ਤੁਰੰਗਨ ਪਰ ਅਸਵਾਰ। ਸੋ ਇਸ ਵਿਧੀ ਦੇ ਨਾਲ ਇਸ ਸਲਾਹ ਨੂੰ ਪੂਰੀ ਕਰਨ ਵਾਸਤੇ ਮਹਾਰਾਜ ਜੀਆਂ ਦੇ ਜੋ ਸਿੰਘ ਹਨ, ਆਪਣੇ ਘੋੜਿਆਂ ਦੇ ਉੱਪਰ ਸਵਾਰ ਹੋਏ ਹਨ। ਸਨੱਧ ਬੱਧ ਹੋਏ ਬਲ ਕੋ ਧਾਰ। ਸੋ ਹਰ ਤਰੀਕੇ ਦੇ ਸ਼ਸਤਰਾਂ ਦੇ ਨਾਲ ਸਨੱਧ-ਬੱਧ ਭਾਵ ਧਾਰ ਕਰਕੇ ਆਪ ਘੋੜੇ ਉੱਪਰ ਸਵਾਰ ਹੋਏ ਹਨ। ਗਏ ਅਚਾਨਕ ਵੱਡੇ ਬਜ਼ਾਰੂ। ਸੋ ਇਹ ਜੋ ਵੱਡਾ ਬਾਜ਼ਾਰ ਜਿਹੜਾ ਤੁਰਕਾਂ ਦਾ ਸੀ, ਜਿੱਥੇ ਬਹੁਤ ਭਾਰੀ ਮਾਤਰਾ ਦੇ ਵਿੱਚ ਅਨਾਜ ਸੀ ਸੰਗਤ ਜੀ, ਉੱਥੇ ਅਚਨਚੇਤ ਹੀ ਮਹਾਰਾਜ ਜੀਆਂ ਦੇ ਜੋ ਸਿੰਘ ਹਨ ਉੱਥੇ ਪਹੁੰਚ ਗਏ ਹਨ। ਭਏ ਪ੍ਰਵੇਸ਼ਨ ਵੀਰ ਜੁਝਾਰੂ। ਉਧਰ ਕਲਗੀਧਰ ਪਾਤਸ਼ਾਹ ਜੀਆਂ ਦੀ ਜੋ ਆਪ ਜੁਝਾਰੂ ਜੰਗ ਦੇ ਵਿੱਚ ਅੱਗੇ ਵੱਧ ਕਰਕੇ ਲੜਨ ਵਾਲੇ ਜੋ ਸਿੰਘ ਸਨ, ਉਹ ਇਸ ਬਾਜ਼ਾਰ ਦੇ ਵਿੱਚ ਜਾ ਕਰਕੇ ਆਪ ਪ੍ਰਵੇਸ਼ ਕੀਤੇ ਹਨ। ਸ਼ੇਰ ਸਿੰਘ ਜਿਨ ਮਹਿ ਮੁਖ ਜੋਧਾ। ਭਾਈ ਸ਼ੇਰ ਸਿੰਘ ਜੀ ਸੰਗਤ ਜੀ, ਜਿਨ੍ਹਾਂ ਨੇ ਪਹਿਲਾਂ ਵੀ ਭਾਈ ਨਾਹਰ ਸਿੰਘ ਜੀ ਦੇ ਨਾਲ ਵਿਉਂਤਬੰਦੀ ਕਰਕੇ ਆਪ ਇਹਨਾਂ ਤੁਰਕੜਿਆਂ ਨੂੰ ਆਪ ਲੋਹਗੜ੍ਹ ਦੇ ਕਿਲੇ ਤੋਂ ਦੂਰ ਭਜਾਉਣਾ ਕੀਤਾ ਸੀ, ਸੋ ਇਹਨਾਂ ਦੇ ਸਾਰਿਆਂ ਦੇ ਮੁਖੀ ਜਥੇਦਾਰ ਭਾਈ ਸ਼ੇਰ ਸਿੰਘ ਜੀ ਹਨ। ਪਰੇ ਤੁਰਕ ਗਨ ਪਰ ਧਰ ਕਰੋਧਾ। ਸੋ ਆਪ ਮਹਾਰਾਜ ਜੀਆਂ ਦੇ ਜੋ ਸਿੰਘ ਨੇ, ਆਪ ਇਹਨਾਂ ਤੁਰਕੜਿਆਂ ਦੇ ਉੱਪਰ, ਇਹਨਾਂ ਦੀ ਫੌਜਾਂ ਦੇ ਉੱਪਰ, ਇਹਨਾਂ ਦੇ ਝੁੰਡ ਦੇ ਉੱਪਰ ਆਪ ਕ੍ਰੋਧਾ ਭਾਵ ਕੇ ਵੀਰ ਰਸ ਧਾਰ ਕਰਕੇ ਇਹਨਾਂ ਦੇ ਉੱਪਰ ਹਮਲਾ ਕਰਨਾ ਕਰ ਰਹੇ ਹਨ। ਅਰਦਨ ਕਹਿਓ ਉਠਾਵਨ ਕੀਜੈ। ਉਧਰ ਭਾਈ ਸ਼ੇਰ ਸਿੰਘ ਜੀ ਨੇ ਆਪ ਆਪਣੇ ਜੋ ਸੰਪੂਰਨ ਸਿੰਘ ਫੌਜ ਹਨ, ਖਾਲਸਾਈ ਸਿੰਘਾਂ ਨੂੰ ਆਪ ਕਹਿਣਾ ਕੀਤਾ ਹੈ ਕਿ ਸਾਡੇ ਵਿੱਚੋਂ ਅੱਧੇ ਆਪ ਅਨਾਜ ਨੂੰ ਉਠਾਉਣਾ ਕਰਨਗੇ। ਅੰਨ ਘ੍ਰਿਤ ਬਹੁ ਸਿਤਾ ਲਾਈ ਜੈ। ਸੋ ਅੰਨ ਭਾਵ ਕੇ ਅਨਾਜ, ਘ੍ਰਿਤ ਭਾਵ ਕੇ ਘਿਓ, ਤੇ ਨਾਲ ਜੋ ਸਿਤਾ ਭਾਵ ਕੇ ਜੋ ਖੰਡ ਹੁੰਦੀ ਹੈ ਸੰਗਤ ਜੀ, ਇਹ ਅੰਨ ਤੇ ਘ੍ਰਿਤ ਆਪ ਕਹਿੰਦੇ ਮਹਾਰਾਜ ਜੀਆਂ ਦੇ ਸਿੰਘ ਲੈ ਲੈਣਾ ਕਰੋ। ਇਤਿਆਦਿਕ ਵਤ ਭਖਿਆਨ ਕੇਰੀ। ਸੋ ਇਸ ਵਿਧੀ ਦੇ ਨਾਲ ਇਸ ਤਰੀਕੇ ਨਾਲ ਜਿਹੜੇ ਆਪ ਜੋ ਖਾਣ ਲਾਇਕ ਜੋ ਵਸਤੂਆਂ ਪਦਾਰਥ ਹਨ, ਲੀਜਹ ਲੂਟ ਧਾਰ ਬਿਨ ਦੇਰੀ। ਸੋ ਆਪ ਇਹਨਾਂ ਨੂੰ ਮਹਾਰਾਜ ਜੀਆਂ ਦੇ ਸਿੰਘ ਭਾਈ ਸ਼ੇਰ ਸਿੰਘ ਜੀ ਕਹਿਣਾ ਕਰ ਰਹੇ ਹਨ ਕਿ ਇਹਨਾਂ ਨੂੰ ਬਿਨਾਂ ਦੇਰੀ ਤੋਂ ਲੁੱਟ ਲੈਣਾ ਕਰੋ। ਸਭ ਹਿਨ ਤੇ ਆਗੇ ਹਟ ਆਵੋ। ਸੋ ਆਪ ਇਹਨਾਂ ਸਾਰਿਆਂ ਦੇ ਵਿੱਚ ਜ਼ਿਆਦਾ ਦੇਰ ਰਹਿਣਾ ਨਹੀਂ ਕਰਨਾ। ਕੁਝ ਇੱਕ ਸਮੇਂ ਦੇ ਵਿੱਚ ਸਾਰਾ ਸਮਾਨ ਇਕੱਠਾ ਕਰਕੇ ਅੱਗੇ ਉਹਦੀ ਹਟ ਕਰਕੇ ਚੱਲੇ ਦੁਰਗ ਦੇ ਵਿੱਚ ਆ ਜਾਣਾ। ਨਹਿ ਸ਼ਤਰਨ ਮਹਿ ਬਿਲਮ ਲਗਾਵੋ। ਆਪਣੇ ਸ਼ਤਰੂਆਂ ਦੇ ਵਿੱਚ, ਦੁਸ਼ਮਣਾਂ ਦੇ ਵਿੱਚ, ਤੁਰਕਾਂ ਦੇ ਇਹਨਾਂ ਜੋ ਗੜ੍ਹ ਦੇ ਵਿੱਚ ਆਪ ਕਿਸੇ ਵੀ ਸਮੇਂ ਬਹੁਤੀ ਜ਼ਿਆਦਾ ਦੇਰੀ ਨਾ ਲਗਾਉਣਾ ਕਰੋ। ਇਮ ਕਹਿ ਪਰੇ ਧਾਏ ਕਰ ਸੂਰੇ। ਸੋ ਇਸ ਤਰੀਕੇ ਦੇ ਨਾਲ ਜਦੋਂ ਮਹਾਰਾਜ ਜੀਆਂ ਦੇ ਸਿੰਘਾਂ ਨੇ ਭਾਈ ਸ਼ੇਰ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਬਚਨ ਸੁਣਨਾ ਕੀਤੇ ਹਨ, ਤਾਂ ਆਪ ਮਹਾਰਾਜ ਜੀਆਂ ਦੇ ਜੋ ਸੂਰਮੇ ਹਨ, ਇਹਨਾਂ ਤੁਰਕੜਿਆਂ ਦੇ ਉਹ ਦੁਕਾਨਾਂ ਦੇ ਉੱਤੇ ਜਿੱਥੇ ਸੰਗਤ ਜੀ ਅਨਾਜ ਸੀ, ਉੱਥੇ ਹਮਲਾ ਕਰ ਪਏ ਹਨ। ਮਸਤਨ ਸੋ ਬਾਜ਼ਾਰ ਮਹਿ ਪੂਰੇ। ਸੋ ਜਿਨ੍ਹਾਂ ਬਾਜ਼ਾਰਾਂ ਦੇ ਵਿੱਚ ਸਾਰੀਆਂ ਵਸਤੂਆਂ ਭਰੀਪੂਰ ਸਨ,
ਜਿਸ ਦਿਸ਼ ਚਮੂ ਸ਼ਸਤਰ ਗਨ ਧਾਰੀ। ਜਿਹੜੀ ਦਿਸ਼ਾ ਦੇ ਵਿੱਚ ਇਹਨਾਂ ਤੁਰਕ ਫੌਜਾਂ ਨੇ ਆਪ ਸ਼ਸਤਰ ਧਾਰ ਕਰਕੇ ਬਹੁਤ ਭਾਰੀ ਮਾਤਰਾ ਵਿੱਚ ਇਕੱਠੀ ਹੋਈ ਸੀ, ਤਿਤ ਦਿਸ਼ ਸ਼ੇਰ ਸਿੰਘ ਬਲ ਧਾਰੀ। ਉਸ ਦਿਸ਼ਾ ਦੇ ਵੱਲ ਮਹਾਰਾਜ ਜੀਆਂ ਦੇ ਸਿੰਘ ਭਾਈ ਸ਼ੇਰ ਸਿੰਘ ਜੀ ਨੇ ਬਹੁਤੇ ਜ਼ੋਰ ਦੇ ਨਾਲ ਹਮਲਾ ਕਰਨਾ ਕੀਤਾ ਹੈ। ਹੱਲਾ ਹੂਲ ਬੋਲਤ ਵਿੱਚ ਬਰੇ। ਸੋ ਆਪ ਇਸ ਤਰੀਕੇ ਦੇ ਨਾਲ ਹਮਲਾ ਕਰੋ। ਇਹ ਆਪ ਮਹਾਰਾਜ ਜੀਆਂ ਦੇ ਸਿੰਘ ਇਹਨਾਂ ਤੁਰਕੜਿਆਂ ਦੇ ਅੱਗੇ ਬੋਲਣਾ ਕਰ ਰਹੇ ਆ ਮਹਾਰਾਜ ਆਪਣੇ ਸਿੰਘਾਂ ਨੂੰ। ਬਨ ਕਨ ਤੇ ਵਸਤੂ ਗਨ ਧਰੇ। ਸੋ ਜਿਹੜੀਆਂ ਕੁਝ ਦੁਕਾਨਾਂ ਸੰਗਤ ਜੀ ਉਸ ਬਾਜ਼ਾਰ ਦੇ ਵਿੱਚ ਬਾਣੀਏ ਦੀਆਂ ਵੀ ਸਨ, ਸੋ ਆਪ ਉਹਨਾਂ ਦੇ ਵਿੱਚ ਮਹਾਰਾਜ ਜੀਆਂ ਦੇ ਸਿੰਘ ਆ ਗਏ ਹਨ। ਸਰਬ ਲੂਟ ਕਰ ਪੋਟ ਬੰਦਾਈ। ਸਾਰਾ ਕੁਝ ਲੁੱਟ ਕਰਕੇ ਜੋ ਆਪ ਭਾਈ ਸ਼ੇਰ ਸਿੰਘ ਜੀ ਨੇ ਮਹਾਰਾਜ ਜੀਆਂ ਦੇ ਸਿੰਘਾਂ ਨੂੰ ਕਹਿਣਾ ਕੀਤਾ ਸੀ, ਉਸ ਦੀਆਂ ਪੋਟਲੀਆਂ ਭਾਵ ਕਿ ਗੱਠੜੀਆਂ ਵਿੱਚ ਬੰਨ ਲਿਆ, ਇਕੱਠਾ ਕਰ ਲਿਆ ਹੈ। ਆਦੇ ਸਿੰਘਨ ਲੀਨ ਉਠਾਈ। ਜਿਸ ਤਰ੍ਹਾਂ ਭਾਈ ਸ਼ੇਰ ਸਿੰਘ ਜੀ ਨੇ ਕਹਿਣਾ ਕੀਤਾ ਸੀ ਕਿ ਇਹ ਜੋ ਸਾਰਾ ਸਮਾਨ ਅੱਧੇ ਸਿੰਘਾਂ ਨੇ ਉਠਾਉਣਾ ਕਰਨਾ ਹੈ, ਸੋ ਉਹਨਾਂ ਦੇ ਹੁਕਮ ਦੇ ਉੱਪਰ ਚੱਲਦਿਆਂ ਹੋਇਆ ਸਾਰੇ ਅੱਧੇ ਸਿੰਘਾਂ ਨੇ ਇਹ ਜੋ ਸਾਰੀ ਵਸਤੂਆਂ ਹਨ ਅਨਾਜ ਵਾਲੀਆਂ ਉਠਾਉਣੀਆਂ ਕੀਤੀਆਂ ਹਨ। ਭਾਈ ਤੁਰਕ ਦਲ ਮਹਿ ਸੁਧ ਸਾਰੇ। ਉਧਰ ਸਾਰੇ ਤੁਰਕਾਂ ਦੇ ਦਲ ਦੇ ਵਿੱਚ ਇਹ ਖਬਰ ਫੈਲ ਗਈ ਸੰਗਤ ਜੀ ਕਿ ਜੋ ਮਹਾਰਾਜ ਜੀਆਂ ਦੇ ਸਿੰਘ ਹਨ ਉਹਨਾਂ ਨੇ ਸਾਡੇ ਬਾਜ਼ਾਰ ਦੇ ਵਿੱਚ ਹਮਲਾ ਕਰਨਾ ਕੀਤਾ ਹੈ। ਤਤ ਛਿਨ ਦੁੰਦਬ ਬਜੇ ਜੁਜਾਰੇ। ਸੋ ਉਸ ਤਰੀਕੇ ਉਸੇ ਸਮੇਂ ਛੇਤੀ ਦੇ ਨਾਲ ਦੁੰਦਬ ਭਾਵ ਨਗਾਰੇ ਧੌਂਸੇ ਵੱਜੇ ਹਨ। ਸ਼ਸਤਰ ਸੰਭਾਰਤ ਹੋਵਤ ਤਿਆਰ। ਉਧਰ ਤੁਰਕ ਫੌਜਾਂ ਵੀ ਹਨ, ਉਹ ਮਹਾਰਾਜ ਜੀਆਂ ਦੇ ਸਿੰਘਾਂ ਦੇ ਨਾਲ ਯੁੱਧ ਕਰਨ ਵਾਸਤੇ ਆਪਣੇ ਸ਼ਤਰੂਆਂ ਨੂੰ ਸ਼ਸਤਰਾਂ ਨੂੰ ਸੰਭਾਲਣਾ ਕਰ ਰਹੀਆਂ ਹਨ। ਕੋ ਘੇਰਨ ਪੈ ਹੋਵੇ ਅਸਵਾਰ। ਸੋ ਕੋਈ ਨਾ ਕੋਈ ਸੰਗਤ ਜੀ ਹੁਣ ਇਹਨਾਂ ਤੁਰਕੜਿਆਂ ਦੇ ਵਿੱਚੋਂ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਮਹਾਰਾਜ ਜੀਆਂ ਦੇ ਸਿੰਘਾਂ ਨੂੰ ਆਪ ਘੇਰਨਾ ਕਰਦੇ ਹਨ। ਕੇਤਕ ਤੁਬਕ ਪਦਾਤੀ ਸ਼ੋਰੇ। ਕਈ ਇਹਨਾਂ ਦੀ ਫੌਜ ਦੇ ਵਿੱਚ ਜੋ ਸਿਪਾਹੀ ਸਨ ਉਹ ਪੈਦਲ ਵੀ ਸਨ ਗੁਰਸੰਗਤ ਜੀ। ਜਦੋਂ ਇਹ ਪੈਦਲ ਸਨ ਤੇ ਕੁਝ ਪੈਦਲ ਆਪ ਆਪਣੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਮਹਾਰਾਜ ਜੀਆਂ ਦੇ ਸਿੰਘਾਂ ਵੱਲ ਛੱਡਣਾ ਕਰ ਰਹੇ ਹਨ। ਭੇ ਮੁਕਾਬਲੇ ਸਿੰਘਨ ਉਰੇ। ਸੋ ਉਧਰੋਂ ਮਹਾਰਾਜ ਜੀਆਂ ਦੇ ਸਿੰਘਾਂ ਦੇ ਨਾਲ ਇਹ ਮੁਕਾਬਲਾ ਕਰਨ ਵਾਸਤੇ ਜੋ ਆਪਣੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੱਡਣੀਆਂ ਕਰ ਰਹੇ ਹਨ। 200 ਜਵਾਲਾ ਬਮਨੀ ਤਿਆਰ। 200 ਦੇ ਕਰੀਬ ਜੋ ਜਵਾਲਾ ਬਮਨੀ ਭਾਵ ਬੰਦੂਕਾਂ ਹਨ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੇ ਵੀ ਤਿਆਰ ਬਰ ਤਿਆਰ ਹੋ ਕਰਕੇ ਰੱਖੀਆਂ ਹਨ। ਰਵਾਂ ਦਸਤ ਕਰਕੇ ਇੱਕ ਬਾਰ। ਸੰਗਤ ਜੀ ਜਦੋਂ ਆਪ ਗੋਲੀਆਂ ਛੱਡਦੇ ਹਨ ਤੇ ਬੰਦੂਕਾਂ ਵਿੱਚੋਂ ਖਾਲੀ ਵੀ ਹੋ ਜਾਂਦੀਆਂ ਨੇ, ਸੋ ਰਵਾਂ ਦਾ ਭਾਵ ਹੁੰਦਾ ਹੈ ਕਿ ਉਸ ਨੂੰ ਦੁਬਾਰਾ ਚਲਾਉਣ ਲਾਇਕ ਦਸਤ ਭਾਵ ਬੰਦੂਕਾਂ ਨੂੰ, ਸੋ ਬੰਦੂਕਾਂ ਨੂੰ ਦੁਬਾਰਾ ਚਲਾਉਣ ਲਾਇਕ ਉਹਨਾਂ ਦੇ ਵਿੱਚ ਆਪ ਗੋਲੀਆਂ ਭਰ ਕਰਕੇ ਇੱਕੋ ਹੀ ਵਾਰ ਭਾਈ ਸ਼ੇਰ ਸਿੰਘ ਜੀ ਨੇ ਮਹਾਰਾਜ ਜੀ ਦੇ ਸਿੰਘਾਂ ਨੂੰ ਕਹਿਣਾ ਕੀਤਾ ਕਿ ਇੱਕ ਵਾਰ ਇਹਨਾਂ ਸਾਰਿਆਂ ਤੁਰਕੜਿਆਂ ਦੇ ਉੱਪਰ ਛੱਡਣਾ ਕਰੋ। ਸ਼ੇਰ ਸਿੰਘ ਤਤਕਾਲ ਸ਼ੁਰਾਈ। ਸੋ ਇਸ ਤਰੀਕੇ ਦੇ ਨਾਲ ਭਾਈ ਸ਼ੇਰ ਸਿੰਘ ਜੀ ਨੇ ਤਤਕਾਲ ਹੀ ਛੇਤੀ ਦੇ ਨਾਲ ਇਹਨਾਂ ਤੁਰਕੜਿਆਂ ਦੇ ਉੱਪਰ ਗੋਲੀਆਂ ਦਾ ਮੀਂਹ ਆਪਣੇ ਸਿੰਘਾਂ ਦੇ ਤਾਈਂ ਛੁਡਾਉਣਾ ਕੀਤਾ ਹੈ। ਗਿਰੇ ਦੜਾ ਦੜ ਜੇ ਅਗਵਾਈ। ਹੁਣ ਜਿਨ੍ਹਾਂ ਦੇ ਆਪ ਗੁਰਸੰਗਤ ਜੀ ਇਹ ਗੋਲੀਆਂ ਲੱਗ ਰਹੀਆਂ ਨੇ ਉਹ ਦੜਾ ਦੜ ਭਾਵ ਕਿ ਛੇਤੀ ਦੇ ਨਾਲ ਧਰਤੀ ਦੇ ਉੱਤੇ ਗਿਰ ਰਹੇ ਹਨ। ਉਤ ਸੂਬੇ ਅਰ ਗਿਰਪਤ ਸਾਰੇ। ਉਧਰ ਜਿਹੜੇ ਸੂਬੇਦਾਰ ਦੋਨੋਂ ਸੂਬੇਦਾਰ, ਇੱਕ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਤੇ ਦੂਜਾ ਸੂਬੇਦਾਰ ਸਰਹੰਦ ਦਾ, ਨਾਲ ਆਪ ਸੰਗਤ ਜੀ 22 ਧਾਰ ਦੇ ਪਹਾੜੀ ਰਾਜਿਆਂ ਦੇ ਸਮੇਤ ਭਟਨ ਤਿਆਰ ਕਹਿ ਬਾਰੰਬਾਰੇ। ਸੋ ਆਪ ਆਪਣੇ ਭਟਨ ਭਾਵ ਕਿ ਆਪਣੇ ਸੂਰਮਿਆਂ ਨੂੰ ਕਹਿਣਾ ਕਰ ਰਹੇ ਹਨ ਕਿ ਆਪ ਵੀ ਤਿਆਰ ਬਰ ਤਿਆਰ ਬਾਰ-ਬਾਰ ਇਹ ਕਹਿਣਾ ਕਰ ਰਹੇ ਰਹਿਣਾ ਕਰੋ ਕਿ ਰਹ ਦੁਰਗ ਵਿਖੇ ਨਹਿ ਬਰੈ। ਇਹ ਜੋ ਮਹਾਰਾਜ ਜੀਆਂ ਦੇ ਸਿੰਘ ਆਪ ਆਏ ਹਨ ਦੁਰਗ ਭਾਵ ਕਿਲੇ ਤੋਂ ਬਾਹਰ, ਇਹਨਾਂ ਨੂੰ ਕਿਲੇ ਤੋਂ ਬਾਹਰ
ਬਾਹਰ ਹੀ ਘੇਰ ਲੈਣਾ ਕਰੋ। ਇਹ ਆਪ ਕਿਲੇ ਦੇ ਵਿੱਚ ਆ ਕਰਕੇ ਦੁਬਾਰਾ ਨਾ ਵੜਨ। ਹਤਹ ਛਤਰ ਸਭ ਬਾਹਰ ਮਾਰੈ, ਬਈ ਜਿਹੜੇ ਆਪ ਮਹਾਰਾਜ ਜੀਆਂ ਦੇ ਜੋ ਸਿੰਘ ਦੁਰਗ ਭਾਵ ਕਿਲੇ ਤੋਂ ਬਾਹਰ ਹਨ, ਉਹਨਾਂ ਨੂੰ ਕਿਲੇ ਤੋਂ ਬਾਹਰ ਹੀ ਘੇਰ ਕਰਕੇ ਉਹਨਾਂ ਨੂੰ ਸਮਾਪਤ ਕਰਨਾ ਕਰੋ। ਲੈ ਲੈ ਤੁਪਕ ਚਰਮ ਤਰਵਾਰੈ, ਸੋ ਇਸ ਤਰੀਕੇ ਦੇ ਨਾਲ ਤੁਪਕ ਭਾਵ ਬੰਦੂਕਾਂ ਤੇ ਤਲਵਾਰਾਂ ਨੂੰ ਨਾਲ ਲੈ ਕਰਕੇ ਤਰਾਸ ਸਮੇਤ ਹੋਏ ਪਰਵਾਰੈ। ਸੋ ਇਹ ਜੋ ਆਪ ਸੰਗਤ ਜੀ ਇਹਨਾਂ ਨੇ ਘੇਰ ਤਾਂ ਲਿਆ ਮਹਾਰਾਜ ਜੀਆਂ ਦੇ ਸਿੰਘਾਂ ਨੂੰ, ਪਰ ਆਪ ਇਸ ਸਮੇਂ ਇਹ ਜੋ ਤੁਰਕੜੇ ਹਨ ਇਹ ਆਪ ਡਰ ਰਹੇ ਹਨ। ਪ੍ਰਥਮ ਛੁੱਟੀ ਗਨ ਗੋਰੀ ਤੀਰ, ਪਹਿਲਾਂ ਆਪ ਬੰਦੂਕਾਂ ਦੇ ਵਿੱਚੋਂ ਗੋਲੀ ਜੋ ਹੈ ਉਹ ਛੁੱਟਣਾ ਕੀਤੀ ਹੈ। ਪੁੰਨ ਤਰਵਾਰ ਨ ਹੋਵੈ ਕਰ ਬੀਰ, ਫਿਰ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੇ ਤਲਵਾਰਾਂ ਦੇ ਨਾਲ ਇਹਨਾਂ ਦੇ ਉੱਪਰ ਵਾਰ ਕਰਨਾ ਕੀਤੇ, ਤੁਰਕੜਿਆਂ ਉੱਪਰ। ਤਸ਼ਾ ਮੁਸ਼ ਕਰਤੇ ਚੱਲ ਆਏ, ਸੋ ਇਸ ਤਰੀਕੇ ਦੇ ਨਾਲ ਜੰਗ ਜੁੱਧ ਕਰਕੇ ਆਪ ਇਹ ਚੱਲ ਕਰਕੇ ਅੱਗੇ ਕਿਲੇ ਦੇ ਕੋਲ ਆ ਗਏ ਹਨ। ਕਰੇ ਸੰਘਾਰਨ ਜੇ ਅਗਵਾਏ, ਜਿਹੜਾ ਕੋਈ ਆਪ ਤੁਰਕੜਿਆਂ ਦੇ ਵਿੱਚੋਂ ਇਹਨਾਂ ਦੇ ਨੇੜੇ ਆਉਣਾ ਵੀ ਕਰਦਾ, ਤਤਕਾਲ ਉਸੇ ਵੇਲੇ ਮਹਾਰਾਜ ਜੀਆਂ ਦੇ ਜੋ ਸਿੰਘ ਨੇ ਇਹਨਾਂ ਨੂੰ ਸੰਘਾਰਨ ਭਾਵ ਕੇ ਨਾਸ਼ ਕਰਨਾ ਕਰ ਰਹੇ ਹਨ। ਆਪਣੇ ਘਾਇਲ ਮ੍ਰਿਤਕ ਉਠਾਏ, ਸੋ ਜੰਗ ਦੇ ਮੈਦਾਨ ਦੇ ਵਿੱਚ ਸੰਗਤ ਜੀ ਹੁਣ ਇੱਥੇ ਜੰਗ ਵੀ ਮਚ ਗਿਆ। ਸੋ ਜੰਗ ਦੇ ਵਿੱਚ ਜਿਹੜੇ ਆਪ ਮਹਾਰਾਜ ਜੀਆਂ ਦੇ ਸਿੰਘ ਨੇ ਉਹ ਆਪ ਸੰਗਤ ਜੀ ਸ਼ਹੀਦ ਵੀ ਹੋ ਗਏ ਨੇ ਤੇ ਕੁਝ ਪੱਟੜ ਵੀ ਹੋ ਗਏ, ਘਾਇਲ ਵੀ ਹੋ ਗਏ। ਉਹ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੇ ਉਠਾਉਣਾ ਕੀਤੇ ਹਨ। ਪਹੁੰਚ ਲੋਹ ਗੜ ਕੇ ਨਿਰਾਏ, ਆਪ ਮਹਾਰਾਜ ਜੀਆਂ ਦੇ ਸਿੰਘ ਇਹਨਾਂ ਸਾਰਿਆਂ ਨੂੰ ਉਠਾ ਕਰਕੇ ਚੱਕ ਕਰਕੇ ਸ੍ਰੀ ਲੋਹਗੜ੍ਹ ਸਾਹਿਬ ਦੇ ਕਿਲੇ ਉੱਪਰ ਜਿੱਥੇ ਮਹਾਰਾਜ ਜੀਆਂ ਦੇ ਸਿੰਘਾਂ ਦਾ ਟਿਕਾਣਾ ਸੀ ਉਹਦੇ ਨੇੜੇ ਪਹੁੰਚ ਗਏ ਹਨ। ਤਹ ਤੇ ਦਗੀ ਤੋਪ ਬਹੁ ਪਾਰੀ, ਉਧਰ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੇ ਇਹਨਾਂ ਤੁਰਕੜਿਆਂ ਦੇ ਹਮਲਿਆਂ ਦਾ ਜਵਾਬ ਦੇਣ ਵਾਸਤੇ ਇੱਕ ਤੋਪ ਤਿਆਰ ਕੀਤੀ ਹੋਈ ਸੀ, ਉਹਨੂੰ ਆਪ ਇਹਨਾਂ ਵੱਲ ਦਾਗਣਾ ਛੱਡਣਾ ਕੀਤਾ ਗੋਲੇ ਨੂੰ। ਗੋਰੇ ਚੱਲਣ ਲੱਗੇ ਤਿਸ ਬਾਰੀ, ਸੋ ਇਸ ਸਮੇਂ ਆਪ ਸੰਗਤ ਜੀ ਜੋ ਤੋਪ ਦੇ ਵਿੱਚ ਉਹ ਗੋਲੇ ਹਨ ਮਹਾਰਾਜ ਜੀਆਂ ਦੇ ਸਿੰਘਾਂ ਨੇ ਛੱਡਣਾ ਕੀਤੇ ਹਨ ਤੇ ਇਹ ਜੋ ਗੋਲੇ ਆਪ ਤੁਰਕੜਿਆਂ ਵੱਲ ਚੱਲਣ ਲੱਗੇ ਹਨ। ਹਟ ਕਰ ਤੁਰਕ ਬਰੇ ਨਿਜ ਲਸ਼ਕਰ, ਸੋ ਇਸ ਤਰੀਕੇ ਨਾਲ ਇਹਨਾਂ ਗੋਲਿਆਂ ਦੀ ਮਾਰ ਨਾ ਸਹਿੰਦੇ ਹੋਏ ਤੁਰਕ ਆਪਣੇ ਟਿਕਾਣਿਆਂ ਦੇ ਵਿੱਚੋਂ ਹਟ ਕਰਕੇ ਆਪਣੇ ਜੋ ਵਿਸ਼ਰਾਮ ਵਾਲੇ ਡੇਰੇ ਹਨ ਉਹਨਾਂ ਦੇ ਉੱਪਰ ਜਾ ਵੜੇ ਹਨ। ਸਿੰਘ ਲੋਹਗੜ ਪਰਵਿਸ਼ੇ ਬਲ ਧਰ, ਸੋ ਆਪ ਮਹਾਰਾਜ ਜੀਆਂ ਦੇ ਜੋ ਸਿੰਘ ਹਨ ਬਹੁਤੇ ਬਲ ਦੇ ਨਾਲ ਹੋ ਕਰਕੇ ਗੁਰਸੰਗਤ ਜੀ ਸ੍ਰੀ ਲੋਹਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਫਿਰ ਦੁਬਾਰਾ ਦਾਖਲ ਹੋ ਗਏ ਹਨ। ਲੂਟ ਅੰਨ ਲੈ ਪੋਟ ਭਰੇ ਹੈ, ਸੋ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੇ ਜੋ ਅੰਨ ਸੀ ਅਨਾਜ ਸੀ ਉਹ ਆਪ ਲੁੱਟ ਲਿਆ ਤੇ ਨਾਲ ਆਪ ਸੰਗਤ ਜੀ ਉਹਨਾਂ ਦੀ ਗਠੜੀਆਂ ਦੇ ਵਿੱਚ ਇਕੱਠਾ ਕਰਕੇ ਆਪ ਮਹਾਰਾਜ ਜੀਆਂ ਦੇ ਸਿੰਘ ਦੁਰਗ ਦੇ ਵਿੱਚ ਲੋਹਗੜ੍ਹ ਸਾਹਿਬ ਦੇ ਕਿਲੇ ਵਿੱਚ ਵੜਨਾ ਕੀਤੇ ਹਨ। ਮਨ ਭਾਵਤ ਪੁਨ ਅਚਨ ਕਰੇ ਹੈ, ਆਪ ਜਿਸ ਤਰ੍ਹਾਂ ਕਿਸੇ ਨੂੰ ਚੰਗਾ ਲੱਗਦਾ ਹੈ ਸੰਗਤ ਜੀ ਉਸ ਤਰੀਕੇ ਦੇ ਨਾਲ ਮਨ ਭਾਉਂਦੇ ਤਰੀਕੇ ਦੇ ਨਾਲ ਭੋਜਨ ਨੂੰ ਛਕਣਾ ਕਰ ਰਹੇ ਹਨ। ਰਹੇ ਬੇਸੂਰਤ ਤੁਰਕ ਕਨੇਰੇ, ਉਧਰ ਗੁਰਸੰਗਤ ਜੀ ਇਹ ਜੋ ਤੁਰਕੜੇ ਹਨ ਆਪ ਬੇਸੂਰਤ ਭਾਵ ਕੇ ਆਪਣੇ ਹਿਰਦੇ ਦੇ ਅੰਦਰ ਹੀ ਝੂਰਦੇ ਪਏ ਹਨ। ਗਜ਼ਬ ਗੁਜ਼ਾਰਿਓ ਔਚਕ ਹੇਰੇ, ਹੁਣ ਇਹ ਦੇਖਣਾ ਕਰ ਰਹੇ ਹਨ ਸੋਚਣਾ ਕਰ ਰਹੇ ਕਿ ਮਹਾਰਾਜ ਜੀਆਂ ਦੇ ਸਿੰਘਾਂ ਨੇ ਬੜੀ ਹੀ ਹੈਰਾਨੀ ਵਾਲਾ ਜੋ ਕੌਤਕ ਹੈ ਇਹ ਕਰਨਾ ਕੀਤਾ ਹੈ। ਬਰਿੰਦ ਸੋਬਟ ਸੰਘਾਰਨ ਕੀਨੇ, ਵੀ ਸਾਡੇ ਜਿਹੜੇ ਜੋ ਸੂਰਮੇ ਹਨ ਉਹ ਆਪ ਇਹਨਾਂ ਨੇ ਸੰਘਾਰਨੇ ਭਾਵ ਕੇ ਨਾਸ਼ ਕਰਨਾ ਕੀਤੇ ਹਨ। ਲੂਟ ਬਾਜ਼ਾਰ ਵਸਤ ਗਨ ਲੀਨੇ, ਸੋ ਸਾਡੇ ਜਿਹੜੇ ਬਾਜ਼ਾਰ ਸੀ ਉਥੋਂ ਆਪ ਸਾਰੀਆਂ ਜੋ ਵਸਤੂਆਂ ਮਹਾਰਾਜ ਜੀਆਂ ਦੇ ਸਿੰਘਾਂ ਨੇ ਲੁੱਟ ਲੈਣਾ ਕੀਤੀਆਂ। ਬਹੁਰ ਸਿੰਘ ਜੀਵਤ ਗੱਡ ਬਰੇ, ਫਿਰ ਆਪ ਮਹਾਰਾਜ ਜੀਆਂ ਦੇ ਸਿੰਘ ਜਿਉਂਦਿਆਂ ਹੀ ਆਪ ਦੁਰਗ ਕਿਲੇ ਦੇ ਵਿੱਚ ਲੋਹਗੜ੍ਹ ਸਾਹਿਬ ਦੇ ਵਿੱਚ ਜਾ ਵੜੇ ਹਨ।
ਹਮ ਲੱਖੋਂ ਪਰ ਨਿਜ ਬਲ ਕਰੇ। ਵੀ ਅਸੀਂ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਆ, ਪਰ ਸੰਗਤ ਜੀ ਇਹਦਾ ਜੋ ਭਰਮ ਸੀ, ਮਹਾਰਾਜ ਵੀ ਕਹਿੰਦੇ ਨਾ ਕਿ ਬਈ ਜੇ ਭਾਰੀ ਮਾਤਰਾ ਦੇ ਵਿੱਚ ਲਸ਼ਕਰ ਵੀ ਆ ਜਾਵੇ, ਪਰ ਆਪ ਸੰਗਤ ਜੀ ਇੱਕ ਕੀੜੀ ਜਿਹੜੀ ਹੈ ਉਹ ਇਸ ਦੇ ਸਮਰੱਥ ਹੈ ਸਾਰੇ ਲਸ਼ਕਰ ਨੂੰ ਆਪ ਸਮਾਪਤ ਕਰਨ ਦੇ। ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖੈ। ਸੋ ਆਪ ਸੰਗਤ ਜੀ ਇਹ ਜੋ ਲਸ਼ਕਰ ਇਹਨਾਂ ਦਾ ਹੈ ਉਹ ਆਪ, ਅਸੀਂ ਲਸ਼ਕਰ ਭਾਵ ਲੱਖਾਂ ਦੀ ਤਾਦਾਦ ਦੇ ਵਿੱਚ ਹੈ, ਪਰ ਇਹ ਸਾਡੇ ਦੇ ਉੱਪਰ ਲੱਖਾਂ ਦੀ ਤਾਦਾਦ ਵਾਲੇ ਲਸ਼ਕਰ ਦੇ ਵਿੱਚ ਵੀ ਆਪ ਬਹੁਤ ਭਾਰੀ ਜ਼ੋਰ ਦੇ ਨਾਲ ਹਮਲਾ ਕਰਕੇ ਤੁਰਕਾਂ ਦੇ ਉੱਪਰ ਹਮਲਾ ਕਰਕੇ ਇਹ ਆਪ ਵੜੇ ਹਨ ਆਪਣੇ ਲੋਹਗੜ੍ਹ ਸਾਹਿਬ ਦੇ ਕਿਲੇ ਵਿੱਚ। ਭੀਮ ਚੰਦ ਸੋਬੇ ਢਿਗ ਆਇਓ। ਉਧਰ ਜਿਹੜਾ ਜੋ 22 ਧਾਰ ਦੇ ਪਹਾੜੀ ਰਾਜਿਆਂ ਦਾ ਜੋ ਸੂਰਮਾ ਸੀ ਸੰਗਤ ਜੀ, ਉਹ ਆਪ ਭੀਮ ਚੰਦ ਇਹਨਾਂ ਦੋਨਾਂ ਸੂਬੇਦਾਰਾਂ ਦੇ ਕੋਲ ਆਇਆ ਹੈ। ਬੈਠਿਓ ਨਿਕਟ ਸਲਾਮ ਅਲਾਇਓ। ਸੋ ਆਪ ਦਾ ਕੋਲ ਆ ਕਰਕੇ ਬੈਠਾ ਹੈ ਤੇ ਇਹਨਾਂ ਨੂੰ ਸਲਾਮ ਵੀ ਨਮਸਕਾਰ ਵੀ ਕਰਦਾ ਹੈ। ਕਹਿਓ ਬੰਦ ਕਰ ਗਜ਼ਬ ਗੁਜ਼ਾਰਾ। ਸੋ ਇਹ ਹੁਣ ਕਹਿਣਾ ਕਰਦਾ ਹੈ ਦੋਨੋਂ ਹੱਥ ਜੋੜ ਕਰਕੇ ਕਿ ਮਹਾਰਾਜ ਜੀਆਂ ਦੇ ਸਿੰਘਾਂ ਨੇ ਤਾਂ ਬੜਾ ਹੈਰਾਨੀ ਵਾਲਾ ਕੌਤਕ ਕਰਨਾ ਕੀਤਾ ਹੈ। ਲਸ਼ਕਰ ਕੋ ਲੁੱਟ ਲੀਨ ਬਾਜ਼ਾਰਾ। ਸਾਡਾ ਜੋ ਸਾਰਾ ਲਸ਼ਕਰ ਹੈ ਤੇ ਜੋ ਸਾਰੀਆਂ ਵਸਤੂਆਂ ਹਨ ਬਾਜ਼ਾਰ ਦੇ ਵਿੱਚ, ਉਹ ਸਾਰੀਆਂ ਮਹਾਰਾਜ ਜੀਆਂ ਦੇ ਸਿੰਘਾਂ ਨੇ ਲੁੱਟ ਲੈਣਾ ਕੀਤੀਆਂ ਹਨ। ਇਤਨੇ ਮਹਿ ਬਨੀਏ ਗਨ ਆਏ। ਸੋ ਇਸ ਤਰੀਕੇ ਦੇ ਨਾਲ ਇੰਨੀ ਗੱਲ ਚੱਲ ਰਹੀ ਸੀ। ਉਧਰ ਜੋ ਬਾਣੀਏ ਸਨ ਸੰਗਤ ਜੀ, ਉਹ ਆਪ ਇਹਨਾਂ 22 ਧਾਰ ਦੇ ਪਹਾੜੀ ਰਾਜਿਆਂ ਦੇ ਕੋਲ ਤੇ ਨਾਲ ਆਪ ਸੰਗਤ ਜੀ ਇਹਨਾਂ ਜੋ ਤੁਰਕੜਿਆਂ ਦੇ ਕੋਲ ਚੱਲ ਕਰਕੇ ਆਏ ਹਨ। ਲੁੱਟਨ ਕੋ ਬਿਰਤੰਤ ਬਤਾਏ। ਕਿਸ ਤਰ੍ਹਾਂ ਮਹਾਰਾਜ ਜੀਆਂ ਦੇ ਸਿੰਘਾਂ ਨੇ ਆਪ ਸਾਰੀਆਂ ਅਨਾਜ ਨਾਲ ਲੋੜੀਂਦੀਆਂ ਵਸਤੂਆਂ ਲੁੱਟ ਲੈਣਾ ਕੀਤੀਆਂ, ਇਹ ਸਾਰਾ ਬਿਰਤਾਂਤ ਇਹਨਾਂ ਨੇ ਸੰਗਤ ਜੀ ਆਪ ਦੋਨੋਂ ਸੂਬੇਦਾਰਾਂ ਨੂੰ 22 ਧਾਰ ਦੇ ਪਹਾੜੀ ਰਾਜਿਆਂ ਨੂੰ ਦੱਸਣਾ ਕੀਤਾ ਹੈ। ਘਨੋ ਅੰਨ ਕੈ ਘ੍ਰਿਤ ਮਿਸ਼ਟਨ। ਸੋ ਆਪ ਬਹੁਤ ਭਾਰੀ ਮਾਤਰਾ ਦੇ ਵਿੱਚ ਅੰਨ ਘ੍ਰਿਤ ਭਾਵ ਕੇ ਘਿਓ ਤੇ ਮਿਸ਼ਟਾਨਾ ਭਾਵ ਕੇ ਮਿਠਾਈ ਨੂੰ ਇਹ ਲੈ ਗਏ ਬਜਾਏ ਕਿਰਪਾਨਾ। ਆਪ ਕਿਰਪਾਨਾਂ ਦੇ ਜ਼ੋਰ ਨਾਲ ਆਪ ਸੰਗਤ ਜੀ ਇਹ ਜੋ ਬਾਣੀਏ ਕਹਿਣਾ ਕਰਦੇ ਹਨ, ਇਹ ਸਾਰੀਆਂ ਵਸਤੂਆਂ ਲੈ ਕਰਕੇ ਗਏ ਹਨ। ਅਪਰ ਵਸਤ ਕੋ ਹਾਥ ਨ ਡਾਰਾ। ਹੋਰ ਕਿਸੇ ਵੀ ਪ੍ਰਕਾਰ ਦੀ ਜਿਹੜੀ ਵਸਤੂ ਹੋਵੇ ਉਸ ਨੂੰ ਹੱਥ ਵੀ ਨਹੀਂ ਲਗਾਉਣਾ ਕੀਤਾ। ਸਭ ਤੇ ਪੂਰਨ ਹੋਤੋ ਬਜ਼ਾਰਾ। ਸੋ ਇਸ ਤਰੀਕੇ ਦੇ ਨਾਲ ਸਭ ਤੇ ਪੂਰਨ ਹੁਤੋ ਬਜ਼ਾਰਾ ਭਾਵ ਸਾਰੀਆਂ ਵਸਤੂਆਂ ਦੇ ਨਾਲ ਇਸ ਪਰਿਪੂਰਨ ਬਾਜ਼ਾਰ ਵਿੱਚ। ਸੁਨ ਕੇ ਭੀਮ ਚੰਦ ਤਬ ਕਹਿਓ। ਸੋ ਭੀਮ ਚੰਦ ਨੇ ਆਪ ਇਹ ਜੋ ਸਾਰੀ ਗੱਲ ਬਾਣੀਆਂ ਦੇ ਮੂੰਹੋਂ ਸੁਣ ਕਰਕੇ ਅੰਤਰ ਕੋ ਬਿਰਤੰਤ ਇਮ ਲਹਿਓ। ਫਿਰ ਇਹਨੇ ਜਾਣ ਲੈਣਾ ਕੀਤਾ ਕਿ ਆਪ ਜੋ ਸਾਰੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਹੈ ਉੱਥੇ ਆਪ ਹੁਣ ਅੰਨ ਦੀ ਥੁੜ ਹੋ ਗਈ ਹੈ। ਅੰਨ ਗਇਓ ਤੁਰ ਸ਼ੁਦਾ ਦੁਖਾਏ। ਅੰਨ ਭਾਵ ਕਿ ਅਨਾਜ ਥੋੜਾ ਹੋ ਗਿਆ ਹੈ। ਹੁਣ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੂੰ ਸ਼ੁਦਾ ਭਾਵ ਕੇ ਜੋ ਭੁੱਖ ਹੈ ਉਹ ਦੁਖਾ ਰਹੀ, ਭਾਵ ਕਿ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੂੰ ਇਹ ਵਿਆਕੁਲ ਕਰ ਰਹੀ ਭੁੱਖ। ਜਾਂ ਤੇ ਸਿੰਘ ਬਾਜ ਸਮ ਆਏ। ਸੋ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਬਾਜ ਹੁੰਦਾ ਹੈ ਨਾ ਸੰਗਤ ਜੀ, ਆਪਣੇ ਸ਼ਿਕਾਰ ਨੂੰ ਦੇਖ ਕਰਕੇ ਉਸੇ ਸਮੇਂ ਉਸੇ ਉੱਪਰ ਝਪਟਦਾ ਹੈ, ਤੇ ਆਪ ਇਹ ਹੁਣ ਭੀਮ ਚੰਦ ਕਹਿਣਾ ਕਰਦਾ ਕਿ ਮਹਾਰਾਜ ਜੀਆਂ ਦੇ ਸਿੰਘ ਬਾਜ ਦੀ ਨਿਆਈ ਹੋ ਕਰਕੇ ਆਪ ਆਪਣੇ ਸ਼ਿਕਾਰ ਤੁਰਕੜਿਆਂ ਦੇ ਉੱਪਰ ਆਪ ਹਮਲਾ ਕਰਕੇ ਅਨਾਜ ਲੈਣ ਹਿਤ ਆਏ ਹਨ। ਅਬ ਗੁਰ ਨਿਗਸੈ ਗੋਪੁਰ ਸ਼ੋਰ। ਹੁਣ ਇਹਦੇ ਮਨ ਦੀਆਂ ਇਹ ਖਿਆਲ ਨੇ ਕਿ ਸੰਗਤ ਜੀ ਹੁਣ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕਰਕੇ ਅੱਗੇ ਨਿਕਲਣਗੇ। ਨਿਸਮਹਿ ਕਬਹਿ ਜਾਏ ਕਿਤ ਔਰ। ਸੋ ਰਾਤ ਦੇ ਸਮੇਂ ਦੇ ਵਿੱਚ ਕਿਸੇ ਮਹਾਰਾਜ ਆਪ ਜਾਣਾ ਕਿਸੇ ਹੋਰ ਥਾਂ ਦੇ ਉੱਤੇ ਕਰਨਗੇ। ਜਮਾ ਨਹੀਂ ਕੁਛ ਪੁਰ ਕੇ ਅੰਤਰ। ਸੋ ਇਹ ਹੁਣ ਕਹਿਣਾ ਕਰਦਾ ਹੈ ਕਿ ਵੀ ਆਪ ਹੁਣ ਸ੍ਰੀ ਆਨੰਦਪੁਰ ਸਾਹਿਬ ਜਿੱਥੇ ਮਹਾਰਾਜ ਜੀ ਬਿਰਾਜਮਾਨ ਨੇ, ਸੋ ਉੱਥੇ ਲੰਗਰ ਦੇ ਇਤਿਆਦਿਕ ਥੋੜਾ ਕੁਝ ਅੰਦਰ ਰਹਿ ਨਹੀਂ ਗਿਆ। ਹਮ ਤੋ ਜਾਣਤ ਹਾਲ ਨਿਰੰਤਰ।
ਉਹਦੇ ਕਿ ਵੀ ਮੈਂ ਤਾਂ ਹਰ ਸਮੇਂ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਜੋ ਅੰਦਰ ਹਾਲ ਸੀ, ਵਰਤਾਰਾ ਸੀ, ਉਹ ਮੈਂ ਜਾਣਦਾ ਹਾਂ। ਸਾਰ ਮੁਹਿਮ ਅਬ ਜਾਨੀ ਪਰੈ। ਹੁਣ ਤਾਂ ਕਹਿੰਦੇ ਕਿ ਬਈ ਸਾਡੀ ਜਿਹੜੀ ਮੁਹਿੰਮ ਸੀ ਆਪ ਕੇ ਕਲਗੀਧਰ ਪਾਤਸ਼ਾਹ ਜੀਆਂ ਨੂੰ ਆਪਣੇ ਨਾਲ ਰਲਾ ਲੈਣਾ, ਨਹੀਂ ਤਾਂ ਫਿਰ ਉਹਨਾਂ ਨੂੰ ਸਮਾਪਤ ਕਰਨਾ। ਇਹ ਜੋ ਮੁਹਿੰਮ ਹੈ ਇਹ ਤਾਂ ਹੁਣ ਅਸੀਂ ਜਿੱਤ ਲਈ ਸਮਝੋ। ਬਿਨਾ ਅੰਨ ਕੋ ਧੀਰ ਨਾ ਧਰੈ। ਬਿਨਾ ਅੰਨ ਤੋਂ ਭਾਵ ਬਿਨਾ ਅਨਾਜ ਤੋਂ ਕਿਸ ਤਰ੍ਹਾਂ ਆਪ ਮਹਾਰਾਜ ਜੀਆਂ ਦੇ ਜੋ ਸਿੰਘ ਨੇ ਕਿਸ ਤਰ੍ਹਾਂ ਧੀਰਜ ਧਰਨਗੇ, ਭਾਵ ਕਿ ਧੀਰਜ ਨਹੀਂ ਧਰਨਗੇ। ਇਹ ਆਪ ਇਹਦਾ ਸੰਗਤ ਜੀ ਇਸ ਦਾ ਭਰਮ ਹੈ, ਕਿਉਂਕਿ ਆਪ ਮਹਾਰਾਜ ਤਾਂ ਆਪ ਸਭ ਕੁਝ ਦੇਣ ਵਾਲੇ ਨੇ। ਤਬ ਸੂਬੇ ਡੂਬੇ ਵਿੱਚ ਲਾਜਾ। ਉਧਰ ਜੋ ਦੋਨੋਂ ਸੂਬੇਦਾਰ ਸਨ, ਆਪ ਸੰਗਤ ਜੀ ਲਾਜ ਭਾਵ ਕੇ ਸ਼ਰਮ ਦੇ ਵਿੱਚ ਡੁੱਬ ਗਏ, ਕਿਉਂਕਿ ਇੰਨੀ ਭਾਰੀ ਫੌਜ ਹੋਣ ਦੇ ਬਾਵਜੂਦ ਵੀ ਆਪ ਉਸੇ ਸਮੇਂ ਇਹਨਾਂ ਸਿੰਘਾਂ ਤੋਂ ਹਾਰੇ ਹਨ। ਲੁੱਟਿਓ ਬਾਜ਼ਾਰ ਬਰੋ ਵੱਡ ਕਾਜਾ। ਮਹਾਰਾਜ ਜੀਆਂ ਦੇ ਸਿੰਘਾਂ ਨੇ ਇੰਨੀ ਭਾਰੀ ਫੌਜ ਹੁੰਦਿਆਂ ਹੋਇਆ ਵੀ ਸਾਰਾ ਬਾਜ਼ਾਰ ਜੋ ਆਪ ਲੁੱਟ ਲੈਣਾ ਕੀਤਾ, ਨਾਲ ਵੱਡਾ ਕਾਰਜ ਕਿ ਸਾਰੀਆਂ ਵਸਤੂਆਂ ਲੈ ਕਰਕੇ ਗਏ ਹਨ। ਜਥੇਦਾਰ ਨਿਜ ਸਰਬ ਹਕਾਰੇ। ਸੋ ਲੋੜੀਂਦੀਆਂ ਵਸਤੂਆਂ ਨੂੰ ਆਪ ਮਹਾਰਾਜ ਜੀਆਂ ਦੇ ਸਿੰਘ ਲੈ ਕਰਕੇ ਗਏ ਹਨ। ਉਧਰ ਆਪ ਮਹਾਰਾਜ ਜੀਆਂ ਦੇ ਸਿੰਘਾਂ ਨੇ ਆਪ ਇਹਨਾਂ ਤੁਰਕੜਿਆਂ ਨੇ ਸੰਗਤ ਜੀ ਸਾਰੇ ਜੋ ਆਪਣੇ ਸੈਨਾਪਤੀ ਨੇ, ਜਥੇਦਾਰ ਨੇ, ਸਾਰੇ ਆਪਣੇ ਕੋਲ ਬੁਲਾ ਲੈਣਾ ਕੀਤੇ। ਤਾੜਨ ਕਰਤੇ ਬਾਕ ਉਚਾਰੇ। ਬੜੇ ਹੀ ਕ੍ਰੋਧਵਾਨ ਹੋ ਕਰਕੇ ਉਹਨਾਂ ਨੂੰ ਕਹਿਣਾ ਕਰਦੇ ਹਨ, ਇਹ ਕਹਾਂ ਸਿੰਘ ਤੁਮ ਲਾਖੋਂ ਵੀਰ। ਬਈ ਸਿੰਘ ਤਾਂ ਗਿਣਤੀ ਦੇ ਵਿੱਚ ਬੜੇ ਹੀ ਥੋੜੇ ਹਨ, ਪਰ ਆਪ ਜੋ ਗਿਣਤੀ ਦੇ ਵਿੱਚ ਲੱਖਾਂ ਹੋ। ਡਰਤ ਨਾ ਲਰਤ ਰਹੋ ਮਨ ਭੀਰ। ਤੁਸੀਂ ਤਾਂ ਡਰਦੇ ਹੋ, ਮਹਾਰਾਜ ਜੀਆਂ ਦੇ ਸਿੰਘਾਂ ਦੇ ਨਾਲ ਲੜਦੇ ਨਹੀਂ, ਸੋ ਆਪ ਤਾਂ ਆਪਜਾਸੀ ਕਰਵਾ ਰਹੇ ਹੋ। ਅਬ ਤੇ ਆਗੇ ਰਹੀ ਆਹੋ ਤਿਆਰ। ਬਈ ਹੁਣ ਤਾਂ ਜੋ ਹੋ ਗਿਆ ਸੋ ਹੋ ਗਿਆ, ਹੁਣ ਅੱਗੇ ਤੋਂ ਆਪ ਤਿਆਰ ਰਹਿਣਾ ਕਰਿਓ। ਸਭਨ ਤੁਰੰਗ ਜੀਨ ਕੋ ਡਾਰ। ਸੋ ਸਾਰਿਆਂ ਨੇ ਆਪ ਉਸੇ ਸਮੇਂ ਸੰਗਤ ਜੀ ਆਪਣੇ ਤੁਰੰਗ ਭਾਵ ਘੋੜਿਆਂ ਦੇ ਉੱਪਰ ਕਾਠੀਆਂ ਪਾਉਣੀਆਂ ਕੀਤੀਆਂ। ਜਿਤ ਕਿਤ ਦੇ ਕਹੋ ਸਿੰਘ ਜੇ ਆਏ। ਹੁਣ ਇਹ ਕਹਿਣਾ ਕਰਦੇ ਆ ਇੱਕ ਸੂਬੇਦਾਰ ਕਿ ਜਿੱਧਰ ਕਿੱਧਰ ਵੀ ਜੇ ਤੁਹਾਨੂੰ ਦੇਖਣਾ ਆਵੇ ਕਿ ਮਹਾਰਾਜ ਜੀਆਂ ਦੇ ਸਿੰਘ ਆਏ ਹਨ, ਰੋਕਹ ਤੁਰਤ ਧਾਏ ਅਗਵਾਏ। ਸੋ ਆਪ ਉਸੇ ਸਮੇਂ ਆਪਣੇ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਮਹਾਰਾਜ ਜੀਆਂ ਦੇ ਸਿੰਘਾਂ ਉੱਪਰ ਹਮਲਾ ਕਰਨਾ ਕਰੋ। ਆਲਸ ਕਾਜ ਕਰਿਓ ਪਰ ਰਹੇ। ਤੁਸੀਂ ਹੁਣ ਤੱਕ ਆਪ ਮਹਾਰਾਜ ਜੀਆਂ ਦੇ ਸਿੰਘਾਂ ਦੀ ਬਹਾਦਰੀ ਨੂੰ ਦੇਖਣਾ ਚੰਗੀ ਤਰ੍ਹਾਂ ਨਹੀਂ ਕੀਤਾ। ਜੇ ਦੇਖਿਆ ਹੁੰਦਾ ਤੇ ਆਪ ਇਸ ਤਰ੍ਹਾਂ ਆਲਸ ਦੇ ਵਿੱਚ ਨਾ ਰਹਿੰਦੇ। ਵਸਤ ਲੁਟਾਏ ਮਾਰ ਕੋ ਲਹੇ। ਉਧਰ ਮਹਾਰਾਜ ਜੀਆਂ ਦੇ ਸਿੰਘਾਂ ਨੇ ਆਪ ਵਸਤੂਆਂ ਵੀ ਲੈ ਲਈਆਂ, ਭਾਵ ਕਿ ਤੁਸੀਂ ਵਸਤੂਆਂ ਵੀ ਆਪਣੀਆਂ ਅਨਾਜ ਵਾਲੀਆਂ ਲੁਟਾ ਦਿੱਤੀਆਂ ਤੇ ਨਾਲ ਮਾਰ ਵੀ ਮਹਾਰਾਜ ਜੀਆਂ ਦੇ ਸਿੰਘਾਂ ਤੋਂ ਖਾਧੀ ਹੈ। ਪ੍ਰਥਮ ਮੋਰਚਾ ਸਕਲ ਕਟਾਵਾ। ਸੋ ਪਹਿਲਾਂ ਤੇ ਆਪ ਜਿਹੜਾ ਮੋਰਚਾ ਸੀ ਸੰਗਤ ਜੀ ਇਹਨਾਂ ਨੇ ਲੋਹਗੜ੍ਹ ਸਾਹਿਬ ਦੇ ਕਿਲੇ ਦੇ ਕੋਲ ਰੱਖਿਆ ਹੋਇਆ ਸੀ। ਸੋ ਇਹ ਜੋ ਸਾਰਾ ਮੋਰਚਾ ਮਹਾਰਾਜ ਜੀਆਂ ਦੇ ਸਿੰਘਾਂ ਨੇ ਜਦੋਂ ਆਪ ਇਹਨਾਂ ਤੁਰਕੜਿਆਂ ਉੱਪਰ ਹਮਲਾ ਕਰਨਾ ਕੀਤਾ ਸੀ, ਤੇ ਇਹ ਜੋ ਰਾਜਾ ਆਪ ਸੂਬੇਦਾਰ ਕਹਿਣਾ ਕਰ ਰਿਹਾ ਹੈ ਕਿ ਸਾਰਾ ਮੋਰਚਾ ਤੁਸੀਂ ਸਿੰਘਾਂ ਦੇ ਨਾਲ ਲੜ ਕਰਕੇ ਆਪਣਾ ਨੁਕਸਾਨ ਕਰਵਾ ਕਰਕੇ ਕਟਾ ਲਿਆ ਹੈ। ਆਪ ਜਸ ਭਇਓ ਸਰਬ ਵਿਦਤਾਵਾ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਜੀਆਂ ਦੇ ਸਿੰਘਾਂ ਤੋਂ ਹਾਰਨ ਉਪਰੰਤ ਸਾਡਾ ਜੋ ਅਪਜਸ ਹੈ ਬੇਪਤੀ ਸਾਰੇ ਸੰਸਾਰ ਦੇ ਵਿੱਚ ਹੋਈ ਹੈ। ਜਹ ਕਹਿ ਮਾਰ ਜਾਤ ਹੈ ਸਿੰਘ। ਜਿੱਥੇ ਕਿੱਧਰ ਵੀ ਦੇਖੋ ਮਹਾਰਾਜ ਜੀਆਂ ਦੇ ਸਿੰਘ ਆਪ ਮਾਰ ਜਾਂਦੇ ਹਨ, ਭਾਵ ਕਿ ਨਾਸ਼ ਕਰਕੇ ਜਾਂਦੇ ਹਨ। ਜਿਮ ਗਜ ਗਨ ਪ੍ਰਤਾਵਤ ਸਿੰਘ। ਜਿੱਦਾਂ ਹਾਥੀਆਂ ਦੇ ਝੁੰਡ ਦੇ ਉੱਪਰ ਆਪ ਸੰਗਤ ਜੀ ਇਹ ਸਿੰਘ ਭਾਵ ਕਿ ਸ਼ੇਰ ਉਹਨਾਂ ਦੇ ਪਿੱਛੇ ਭੱਜਦਾ ਉਹਨਾਂ ਨੂੰ ਖਤਮ ਕਰਨ ਲਈ। ਕਹਾ ਭਇਓ ਤੁਮ ਕੋ ਬਲਹਾਰਾ। ਬਈ ਤੁਹਾਡਾ ਜਿਹੜਾ ਜੋ ਸਾਰਾ ਬਲ ਸੀ ਉਹ ਕਿੱਥੇ ਗਿਆ ਹੈ? ਵਿਜੈ ਨਾ ਪ੍ਰਾਪਤ ਭੀ ਕਿਸ ਬਾਰਾ। ਪਹਿਲਾਂ ਵੀ ਆਪ ਮਹਾਰਾਜ ਜੀਆਂ ਦੇ ਸਿੰਘਾਂ ਦੇ ਨਾਲ ਜੰਗ ਕਰਦੇ ਰਹੇ, ਉਦੋਂ ਵੀ ਜਿੱਤ ਨਹੀਂ ਪ੍ਰਾਪਤ ਹੋਈ ਤੇ ਹੁਣ ਵੀ ਜਿੱਤ ਪ੍ਰਾਪਤ ਨਹੀਂ ਹੋਈ। ਤਬ ਸੂਬੇ ਗਿਰਪਤ ਚੱਡ ਸਾਰੇ। ਫਿਰ ਸਾਰੇ ਜਿਹੜੇ ਸੂਬੇਦਾਰ ਦੋਨੋਂ ਸੂਬੇਦਾਰ ਸਨ ਤੇ ਜਿਹੜੇ 22 ਧਾਰ ਦੇ ਸਾਰੇ ਪਹਾੜੀ ਰਾਜੇ ਸਨ,
ਫਿਰੇ ਚਾਹੂੰ ਦਿਸ਼ ਕਰਤ ਨਿਹਾਰੇ। ਆਪ ਘੋੜਿਆਂ ਉੱਪਰ ਚੜ ਕੇ ਮਹਾਰਾਜ ਜੀਆਂ ਦੇ ਕਿਲਿਆਂ ਦੇ ਉੱਪਰ ਆਪ ਫਿਰਦੇ ਉਹਨਾਂ ਦੀ ਨਿਗਰਾਨੀ ਕਰਨਾ ਕਰ ਰਹੇ ਹਨ। ਥਾਨ ਥਾਨ ਪਰ ਕਰਤ ਕਰਾਈ। ਜਗ੍ਹਾ ਜਗ੍ਹਾ ਦੇ ਉੱਤੇ ਮਹਾਰਾਜ ਜੀਆਂ ਦੇ ਸਿੰਘਾਂ ਦੀ ਆਪ ਸੰਗਤ ਜੀ ਖਬਰਸਾਰ ਲੈਣ ਵਾਸਤੇ ਇਹਨਾਂ ਸੂਬੇਦਾਰਾਂ ਨੇ ਤਕੜਾਈ ਕਰਨਾ ਕੀਤੀ ਹੈ। ਸੁਬਟ ਮੋਰਚੇ ਦੀਏ ਬਿਠਾਈ। ਸੋ ਇਹਨਾਂ ਜੋ ਸੂਬੇਦਾਰਾਂ ਨੇ ਸੰਗਤ ਜੀ ਇਸੇ ਤਰ੍ਹਾਂ ਤਕੜਾਈ ਹੋਰ ਕਰਨ ਵਾਸਤੇ ਆਪ ਸਾਰੇ ਆਪਣੀ ਫੌਜ ਨੂੰ ਇਹਨਾਂ ਤੁਰਕੜਿਆਂ ਨੇ ਆਪ ਮਹਾਰਾਜ ਜੀਆਂ ਦੇ ਕਿਲਿਆਂ ਦੇ ਉੱਪਰ ਬਿਠਾਉਣਾ ਕੀਤਾ ਹੈ। ਸੋ ਸੰਗਤ ਜੀ ਕਿਸ ਤਰ੍ਹਾਂ ਮਹਾਰਾਜ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਣਾ ਕਰਨਗੇ। ਆਓ ਅੱਜ ਦੇ ਸਮੇਂ ਦੇ ਵਿੱਚ ਇੱਧਰ ਹੀ ਸਮਾਪਤੀ ਹੈ। ਸੋ ਆਓ ਸੰਗਤ ਜੀ ਅੰਤਮ ਦੋ ਪੰਕਤੀਆਂ ਜੀ ਦੇ ਜਾਪ ਕਰਕੇ ਸਮਾਪਤੀ ਕਰੀਏ ਜੀ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੇ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਥਾਨ ਥਾਨ ਪਰ ਕਰਤ ਕਰਾਈ। ਸੁਬਟ ਮੋਰਚੇ ਦੀਏ ਬਿਠਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।